हाँ जी बच्चों, करिए जी फिर अज एक नवी कहानी शुरू। अज की कहानी का नाम आ रखड़ी। निक्को नू रोज उसकी माँ जंगल विचों लकड़ियां चुगण भेज दिंदी सी। और रोज पिंड दियां होर कुड़ियां नाल जंगल विच लकड़ियां चुगण चल जांदी सी। दूजियां कुड़ियां भी पिंड दे गरीब घरां दियां ही सन, बिल्कुल निक्को वांग। घरां विच चुल्हे बालण लई लकड़ां दी लोड़ हुंदी सी। ਨਿੱਕੋ ਸਾਰੀਆਂ ਕੁੜੀਆਂ ਵਿੱਚੋਂ ਸਭ ਤੋਂ ਛੋਟੀ ਸੀ। ਵੱਡੀਆਂ ਕੁੜੀਆਂ ਉਸ ਨੂੰ ਚੁੱਕ ਕੇ ਪਤਲੇ ਜਿਹੇ ਰੁੱਖ ਤੇ ਚਾੜ ਦਿੰਦੀਆਂ ਤੇ ਉਹ ਉੱਤੋਂ ਪਤਲੀਆਂ ਸੁੱਕੀਆਂ ਟਾਹਣੀਆਂ ਤੋੜ ਤੋੜ ਕੇ ਥੱਲੇ ਸੁੱਟੀ ਜਾਂਦੀ। ਜਦ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਹੋ ਜਾਂਦੀਆਂ ਤਾਂ ਸਾਰੀਆਂ ਕੁੜੀਆਂ ਆਪਸ ਵਿੱਚ ਵੰਡ ਲੈਂਦੀਆਂ। ਇੱਕ ਦਿਨ ਉਹ ਲੱਕੜੀਆਂ ਚੁਗਣ ਗਈਆਂ ਤੇ ਲੱਕੜੀਆਂ ਚੁਗਦੇ ਜਦੋਂ ਰਸਤੇ ਵਿੱਚ ਆ ਰਹੀਆਂ ਸਨ ਤਾਂ ਉਹਨਾਂ 'ਚੋਂ ਇੱਕ ਬੋਲੀ, ਵੀ ਆਪਾਂ ਕੱਲ ਨਹੀਂ ਆਉਣਾ, ਆਪਾਂ ਨੂੰ ਯਾਦ ਆ ਨਾ। ਤੇ ਉਹਨਾਂ 'ਚ ਇੱਕ ਕਹਿੰਦੀ, ਕੱਲ ਕੱਲ ਕਿਉਂ ਨਹੀਂ ਆਉਣਾ? ਤਾਂ ਫਿਰ ਇੱਕ ਹੋਰ ਕੁੜੀ ਬੋਲੀ, ਕੱਲ ਨੂੰ ਰੱਖੜੀ ਆ। ਰੱਖੜੀ ਦਾ ਨਾਂ ਸੁਣ ਕੇ ਨਿੱਕੋ ਕਹਿੰਦੀ, ਰੱਖੜੀ ਉਹ ਕੀ ਹੁੰਦੀ ਆ? ਫਿਰ ਦੂਜੀ ਕੁੜੀ ਬੋਲੀ, ਰੱਖੜੀ ਦਾ ਦਿਨ ਭੈਣਾਂ ਲਈ ਖਾਸ ਦਿਨ ਹੁੰਦਾ ਹੈ ਤੇ ਭੈਣਾਂ ਆਪਣੇ ਵੀਰਾਂ ਦੇ ਗੁੱਟ ਤੇ ਸੋਹਣੇ ਜਿਹੇ ਧਾਗੇ ਦੀਆਂ ਰੱਖੜੀਆਂ ਬੰਨ੍ਹਦੀਆਂ ਨੇ ਤੇ ਵੀਰ ਭੈਣ ਦੀ ਰਾਖੀ ਕਰਨ ਦੀ ਸਹੁੰ ਖਾਂਦੇ ਨੇ ਤੇ ਨਾਲੇ ਪੈਸੇ ਵੀ ਦਿੰਦੇ ਨੇ। ਵਾਹ, ਅੱਛਾ। ਨਿੱਕੋ ਇਸ ਗੱਲ ਤੇ ਬਹੁਤ ਖੁਸ਼ ਹੋਈ ਤੇ ਉਹ ਕਹਿਣ ਲੱਗੀ, ਫੇਰ ਤਾਂ ਮੈਂ ਵੀ ਰੱਖੜੀ ਬੰਨੂੰਗੀ, ਨਾਲੇ ਪੈਸੇ ਜੋ ਮਿਲ ਜਾਣਗੇ ਥੋੜੇ ਬਹੁਤ। ਇਹ ਕਹਿ ਕੇ ਉਹ ਸਾਰੀਆਂ ਹੱਸ ਪਈਆਂ। ਪਰ ਨਿੱਕੋ ਅਗਲੇ ਹੀ ਪਲ ਉਦਾਸ ਜਿਹੀ ਹੋ ਗਈ। ਉਹ ਇਹ ਸੋਚ ਕੇ ਕਿ ਉਸਦਾ ਤਾਂ ਕੋਈ ਵੀਰਾ ਹੀ ਨਹੀਂ ਹੈ। ਫਿਰ ਉਸਨੂੰ ਕੁੜੀਆਂ ਪੁੱਛਦੀਆਂ, ਕੀ ਗੱਲ ਨਿੱਕੋ, ਕੀ ਹੋ ਗਿਆ ਤੈਨੂੰ? ਉਹ ਕਹਿੰਦੀ, ਉਸਦਾ ਤਾਂ ਕੋਈ ਵੀਰਾ ਨਹੀਂ ਆ। ਉਹ ਇਹ ਸੋਚਦੀ ਸੀ ਕਿ ਉਹ ਰੱਖੜੀ ਕਿਸ ਦੇ ਬੰਨੇ, ਪਰ ਉਹ ਰੱਖੜੀ ਜ਼ਰੂਰ ਬੰਨੂਗੀ। ਇਹ ਕਹਿ ਕੇ ਉਹ ਅਗਲੇ ਹੀ ਪਲ ਖੁਸ਼ ਹੋ ਗਈ। ਅਗਲੇ ਦਿਨ ਨਿੱਕੋ ਇਕੱਲੀ ਹੀ ਜੰਗਲ ਨੂੰ ਆ ਗਈ। ਬਾਕੀ ਸਾਰੀਆਂ ਕੁੜੀਆਂ ਨਹੀਂ ਆਈਆਂ। ਉਹ ਤਾਂ ਆਪਣੇ ਘਰੇ ਰੱਖੜੀ ਦਾ ਤਿਉਹਾਰ ਮਨਾਉਂਦੀਆਂ ਸੀ, ਪਰ ਨਿੱਕੋ ਦਾ ਤਾਂ ਕੋਈ ਵੀਰਾ ਹੀ ਨਹੀਂ ਸੀ ਤੇ ਉਹ ਜੰਗਲ ਵਿੱਚ ਆਪਣਾ ਵੀਰਾ ਲੱਭਣ ਲਈ ਤੁਰ ਪਈ। ਜਦੋਂ ਉਹ ਤੁਰੀ ਜਾ ਰਹੀ ਸੀ ਜੰਗਲ ਵਿੱਚ, ਉਸਨੂੰ ਰਾਹ ਵਿੱਚ ਅਜਿਹਾ ਕੋਈ ਨਾ ਮਿਲਿਆ ਜਿਸ ਨੂੰ ਉਸਨੇ ਦੇਖਿਆ ਕਿ ਇੱਕ ਛੋਟਾ ਜਿਹਾ ਕਤੂਰਾ ਉਸਦੇ ਪੈਰਾਂ ਵਿੱਚ ਆ ਟਕਰਾਇਆ। ਕਤੂਰਾ ਬੇਚਾਰਾ ਰੋ ਰਿਹਾ ਸੀ, ਲੱਗਦਾ ਬਹੁਤ ਭੁੱਖਾ ਸੀ। ਨਿੱਕੋ ਨੇ ਉਹ ਕਤੂਰਾ ਚੁੱਕ ਲਿਆ ਤੇ ਉਸਨੂੰ ਬਹੁਤ ਲਾਡ ਕੀਤਾ। ਉਸਨੇ ਆਪਣੀ ਜੇਬ ਵਿੱਚ ਲਪੇਟ ਕੇ ਰੱਖੀ ਰੋਟੀ ਚੋਂ ਇੱਕ ਟੁਕੜਾ ਕਤੂਰੇ ਨੂੰ ਖਵਾ ਦਿੱਤਾ। ਕਤੂਰੇ ਨੇ ਜ਼ੋਰ ਜ਼ੋਰ ਦੀ ਪੂੰਛ ਹਿਲਾਣੀ ਸ਼ੁਰੂ ਕਰ ਦਿੱਤੀ। ਨਿੱਕੋ ਤੁਰੀ ਤਾਂ ਕਤੂਰਾ ਵੀ ਉਸਦੇ ਮਗਰ ਮਗਰ ਤੁਰ ਪਿਆ। ਤੁਰ ਕੀ ਪਿਆ, ਛਾਲਾ ਹੀ ਮਾਰਨ ਲੱਗ ਪਿਆ। ਨਿੱਕੋ ਨੂੰ ਲੱਕੜਾਂ ਚੁਗਦੀ ਵੇਖ ਕਤੂਰੇ ਨੇ ਵੀ ਮੂੰਹ ਨਾਲ ਚੁੱਕ ਚੁੱਕ ਸੁੱਕੀਆਂ ਲੱਕੜਾਂ ਦੇ ਟੋਟੇ ਨਿੱਕੋ ਕੋਲ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ। ਨਿੱਕੋ ਇਹ ਦੇਖ ਕੇ ਬਹੁਤ ਹੈਰਾਨ ਤੇ ਖੁਸ਼ ਹੋ ਗਈ। ਉਸਨੇ ਕਤੂਰੇ ਨੂੰ ਗੋਦੀ ਵਿੱਚ ਲੈ ਲਿਆ, ਉਸਦਾ ਸਿਰ ਪਲੋਸਿਆ ਤੇ ਐਵੇਂ ਕਰਦਿਆਂ ਨਿੱਕੋ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਨਿੱਕੋ ਨੂੰ ਪਤਾ ਹੀ ਨਾ ਲੱਗਾ ਕਦੋਂ ਉਸਨੇ ਉਸ ਛੋਟੇ ਜਿਹੇ ਕਤੂਰੇ ਦੇ ਗਲ ਵਿੱਚ ਉਹੀ ਧਾਗਾ ਬੰਨ ਦਿੱਤਾ। ਠੀਕ ਆ ਜੀ ਬੱਚੋ, ਆ ਸੀ ਸਾਡੀ ਅੱਜ ਦੀ ਕਹਾਣੀ। ਕੱਲ ਨੂੰ ਫੇਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਨਾਲ। ਠੀਕ ਆ ਜੀ, ਓਕੇ।